Good morning, 7th class. My name is Mandeep Kaur, teacher of Guru Hargobind Public High School, Fatehgarh. This is part 4 video for your second chapter of Swix. The chapter name is Institutional Representation of Democracy. So continue with the chapter, the process of election polling. मतलब कि इलैक्शन किद्दां हुंदे ने उहदा प्रोसैस आपां पढ़ रहे सीगे। ठीक है जी, आपां अज पोलिंग दे बारे पढ़ांगे। कहने ऑन द अपॉइंटेड डे पीपल गो टू द पोलिंग बूथ अलॉटेड टू दैम टू कास्ट देयर वोट्स। हाँ जी, जिहड़े दिन अपॉइंट किया हुंदा उस दिन की हुंदा बेटा जी, उस दिन ओह जांदे आ जाके की करदे आ, वोटां पाउंदे आ अपणियां। वोटां कहंदे कित्थे जाके वोटां पाउंदे आ, जिहड़े पोलिंग बूथ हुंदा उत्थे वोटां पाउंदे आ to ensure that people can cast their vote without any fear and without pressure from anyone. Voters cast their vote in secret. ਕਹਿੰਦੇ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਕਿ ਜਿਹੜੇ ਵੋਟਰਸ ਨੇਗੇ ਉਹ ਬਿਨਾਂ ਕਿਸੇ ਡਰ ਤੋਂ ਜਾਂ ਬਿਨਾਂ ਕਿਸੇ ਪ੍ਰੈਸ਼ਰ ਤੋਂ ਆਪਣੀਆਂ ਵੋਟਾਂ ਪਾ ਰਹੇ ਨੇਗੇ। ਠੀਕ ਹੈ, ਉਹਨਾਂ ਨੂੰ ਕਿਸੇ ਦਾ ਡਰ ਨਹੀਂ, ਕਿਸੇ ਦਾ ਪ੍ਰੈਸ਼ਰ ਨਹੀਂ। ਇਸ ਲਈ ਜਿਹੜੀਆਂ ਉਹਨਾਂ ਦੀਆਂ ਵੋਟਸ ਨੇ ਉਹ ਸੀਕ੍ਰੇਟ ਦੇ ਵਿੱਚ ਪਵਾਈਆਂ ਜਾਂਦੀਆਂ ਨੇ, ਮਤਲਬ ਕਿਸੇ ਨੂੰ ਪਤਾ ਨਾ ਚੱਲੇ ਉਹਨਾਂ ਨੇ ਕਿਹਨਾਂ ਨੂੰ ਵੋਟ ਪਾਈ ਆ। ਕਹਿੰਦੇ ਨੋ ਬੋਡੀ ਐਕਸੈਪਟ ਦੀ ਪਰਸਨ ਹੂ ਵੋਟਸ ਨੋਜ਼ ਹੂ ਹੀ ਔਰ ਸ਼ੀ ਹੈਜ਼ ਵੋਟਡ ਫੋਰ। ਕਹਿੰਦੇ ਮਤਲਬ ਕਿਸੇ ਨੂੰ ਨਹੀਂ ਪਤਾ ਚੱਲਦਾ ਸਿਰਫ ਉਸ ਪਰਸਨ ਨੂੰ ਛੱਡ ਕੇ ਜਿਹਨੇ ਵੋਟ ਪਾਈ ਹੁੰਦੀ ਆ ਕਿ ਉਹਨੇ ਕਿਹਨੂੰ ਵੋਟ ਪਾਈ ਹੈ। ਠੀਕ ਹੈ ਜੀ, ਹੋਰ ਕੋਈ ਪਰਸਨ ਨਹੀਂ ਹੁੰਦਾ, ਸੈਕਿੰਡ ਪਰਸਨ ਕਿਸੇ ਨੂੰ ਨਹੀਂ ਪਤਾ ਹੁੰਦਾ, ਸਿਰਫ ਉਸ ਪਰਸਨ ਨੂੰ ਪਤਾ ਹੁੰਦਾ ਜਿਹਨੇ ਵੋਟ ਪਾਈ ਹੁੰਦੀ ਆ। ਦਿਸ ਇਜ਼ ਕਾਲਡ ਸੀਕ੍ਰੇਟ ਵੈਲਟ। ਇਹਨੂੰ ਕੀ ਕਹਿੰਦੇ ਆ ਜੀ? ਸੀਕ੍ਰੇਟ ਵੈਲਟ ਕਹਿੰਦੇ ਆ। ਕਹਿੰਦੇ ਨਾਓ ਡੇਜ਼ ਵੋਟਰਸ ਇਨ ਇੰਡੀਆ ਕਾਸਟ ਦੇਅਰ ਵੋਟ ਥਰੂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ। ਅੱਜ ਦੇ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਇਲੈਕਸ਼ਨਸ ਕਿੱਦਾਂ ਹੁੰਦੇ ਆ, ਵੋਟਸ ਕਿੱਦਾਂ ਹੁੰਦੀਆਂ ਨੇਗੀਆਂ। ਕਹਿੰਦੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਆਈਆਂ ਹੋਈਆਂ ਨੇ ਜਿਨ੍ਹਾਂ ਦੇ ਥਰੂ ਕੀ ਹੁੰਦੀਆਂ ਨੇ, ਵੋਟਸ ਹੁੰਦੀਆਂ ਨੇਗੀਆਂ। ਕਹਿੰਦੇ ਪੀਪਲ ਕਾਸਟ ਦੇਅਰ ਵੋਟ ਬਾਈ ਜਸਟ ਪ੍ਰੈਸਿੰਗ ਅ ਬਟਨ। ਵੋਟ ਪਾਉਣ ਦੇ ਲਈ ਕੀ ਹੁੰਦਾ ਹੈ? ਕਹਿੰਦੇ ਉਹ ਮਸ਼ੀਨ ਹੁੰਦੀ ਆ ਜਿਹੜੀ ਵੋਟਿੰਗ ਮਸ਼ੀਨ ਹੁੰਦੀ ਆ, ਉਹਦਾ ਸਿਰਫ ਬਟਨ ਪ੍ਰੈਸ ਕਰੋ ਤੁਸੀਂ ਤਾਂ ਉਹਦੇ ਨਾਲ ਕੀ ਹੋ ਜਾਊਗਾ ਬੇਟਾ? ਕਹਿੰਦੇ ਤੁਹਾਡੀ ਵੋਟ ਪੈ ਜਾਏਗੀ। ਪਹਿਲਾਂ ਕੀ ਹੁੰਦਾ ਸੀ, ਪਰਚੀਆਂ ਵਾਲਾ ਸਿਸਟਮ ਹੁੰਦਾ ਸੀ। ਠੀਕ ਹੈ ਜੀ, ਕਿ ਸਟੈਂਪ ਲਗਾਉਣੀ ਪੈਂਦੀ ਸੀ, ਬਟ ਹੁਣ ਕੀ ਆ, ਬਟਨ ਪ੍ਰੈਸ ਕਰੋ ਤਾਂ ਵੋਟ ਹੋ ਜਾਂਦੀ ਆ। ਯੂਰ ਨੈਕਸਟ ਟੋਪਿਕ ਇਜ਼ ਡੈਕਲੇਰੇਸ਼ਨ ਆਫ ਰਿਜ਼ਲਟ। ਕੀ ਰਿਜ਼ਲਟ ਡਿਕਲੇਅਰ ਹੋ ਜਾਣਾ। ਠੀਕ ਹੈ ਜੀ, ਹੁਣ ਜਦੋਂ ਵੋਟਿੰਗ ਹੁੰਦੀ ਆ ਬਾਅਦ 'ਚ ਰਿਜ਼ਲਟ ਵੀ ਡਿਕਲੇਅਰ ਹੁੰਦਾ। ਕਹਿੰਦੇ ਆਫਟਰ ਦ ਇਲੈਕਸ਼ਨਸ ਆਰ ਓਵਰ the election commissioner's next job is the counting of votes and the announcement of the name of the successful candidate। ਕੀ ਕਹਿੰਦੇ ਆ? ਕਹਿੰਦੇ ਜਦੋਂ ਇਲੈਕਸ਼ਨਸ ਓਵਰ ਹੋ ਜਾਂਦੇ ਆ, ਖਤਮ ਹੋ ਜਾਂਦੇ ਆ, ਤਾਂ ਜਿਹੜਾ ਇਲੈਕਸ਼ਨ ਕਮਿਸ਼ਨਰ ਆ ਉਹਦੀ ਅਗਲੀ ਜੋਬ ਕੀ ਹੁੰਦੀ ਆ? ਉਹਨੇ ਅਗਲਾ ਕੰਮ ਕੀ ਕਰਨਾ ਹੁੰਦਾ ਹੈ? ਉਹਦਾ ਕੰਮ ਹੁੰਦਾ ਕਿ ਉਹਨੇ ਜਿਹੜੀ ਵੋਟਿੰਗ ਹੁੰਦੀ ਹੈ ਜੀ, ਵੋਟਾਂ ਹੁੰਦੀਆਂ ਨੇ ਉਹਨਾਂ ਨੂੰ ਕਾਊਂਟ ਕਰਨਾ ਹੁੰਦਾ ਹੈ। ਮਤਲਬ ਕਿਹਨੂੰ ਕਿੰਨੀਆਂ ਵੋਟਾਂ ਪਈਆਂ ਨੇ, ਕਿਹਨੂੰ ਕਿੰਨੀਆਂ ਵੋਟਾਂ ਪਈਆਂ ਨੇ। ਠੀਕ ਹੈ ਜੀ, ਅਤੇ ਜਿਹਨੂੰ ਸਭ ਤੋਂ ਵੱਧ ਵੋਟਾਂ ਪਈਆਂ ਹੁੰਦੀਆਂ ਨੇ ਉਹਦੇ ਨੇਮ ਦੀ ਅਨਾਊਂਸਮੈਂਟ ਕਰਨੀ ਹੁੰਦੀ ਆ ਕਿ ਕਿਹੜਾ ਕੈਂਡੀਡੇਟ ਹੈ ਜੀ ਉਹ ਵਿਨਰ ਆ। ਕਹਿੰਦੇ ਵਨਸ ਦਿਸ ਇਜ਼ ਓਵਰ ਦ ਜੋਬ ਆਫ ਇਲੈਕਸ਼ਨ ਕਮਿਸ਼ਨਰ ਇਜ਼ ਓਵਰ। ਕਹਿੰਦੇ ਜਦੋਂ ਇੱਕ ਵਾਰ ਇਹ ਕੰਮ ਹੋ ਜੇ ਤਾਂ ਜਿਹੜਾ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ, ਮਤਲਬ ਜਿਹਦੇ ਅੰਡਰ ਵੋਟਾਂ ਦਾ ਸਾਰਾ ਸਿਸਟਮ ਹੁੰਦਾ, ਉਹਦਾ ਵੀ ਸਾਰਾ ਕੰਮ ਕੀ ਹੋ ਜਾਂਦਾ ਬੇਟਾ? ਫਿਨਿਸ਼ ਹੋ ਜਾਂਦਾ ਉਹਦਾ ਸਾਰਾ ਕੰਮ। ਐਬਸੋਲਿਊਟ ਐਂਡ ਸਿੰਪਲ ਮੈਜੋਰਿਟੀ। ਹਾਂਜੀ, ਐਬਸੋਲਿਊਟ ਐਂਡ ਸਿੰਪਲ ਮੈਜੋਰਿਟੀ ਦੇ ਵਿੱਚ ਕੀ ਹੁੰਦਾ ਬੇਟਾ? ਇਹ 2 ਟਾਈਪ ਦੀ ਮੈਜੋਰਿਟੀ ਆ। ਮਤਲਬ ਜਿਹੜੇ ਵਿਨਰ ਜਿੱਤਦੇ ਆ ਨਾ ਵੀ ਉਹ ਕਿਹੜੀ ਮੈਜੋਰਿਟੀ ਨਾਲ ਜਿੱਤਦੇ ਆ? ਐਬਸੋਲਿਊਟ ਨਾਲ ਜਿੱਤਦੇ ਆ ਜਾਂ ਸਿੰਪਲ ਨਾਲ ਜਿੱਤਦੇ ਆ। ਕਹਿੰਦੇ ਇਹਨਾਂ ਡੈਮੋਕ੍ਰੇਟਿਕ ਇਲੈਕਸ਼ਨ, ਜਿਹੜੇ ਡੈਮੋਕ੍ਰੇਟਿਕ ਇਲੈਕਸ਼ਨਸ ਹੁੰਦੇ ਆ, ਠੀਕ ਹੈ ਜੀ, ਕੈਂਡੀਡੇਟ ਕੈਨ ਵਿਨ ਬਾਈ ਆਈਦਰ ਐਬਸੋਲਿਊਟ ਮੈਜੋਰਿਟੀ ਔਰ ਬਾਈ ਸਿੰਪਲ ਮੈਜੋਰਿਟੀ। ਮਤਲਬ ਜਿਹੜਾ ਉਮੀਦਵਾਰ ਹੁੰਦਾ ਉਹ ਐਬਸੋਲਿਊਟ ਮੈਜੋਰਿਟੀ ਨਾਲ ਵੀ ਜਿੱਤ ਸਕਦਾ, ਸਿੰਪਲ ਮੈਜੋਰਿਟੀ ਨਾਲ ਵੀ। ਕਹਿੰਦੇ ਵੈਨ ਅ ਕੈਂਡੀਡੇਟ ਸਿਕਿਓਰ ਮੋਰ ਦੈਨ ਹਾਫ ਆਫ ਦੀ ਵੋਟਰਸ ਪੋਲ। ਹਾਂਜੀ, ਜਿਹੜੀਆਂ ਵੋਟਸ ਹੁੰਦੀਆਂ ਨੇਗੀਆਂ, ਠੀਕ ਹੈ ਜੀ, ਜਦੋਂ ਕੋਈ ਵੀ ਉਮੀਦਵਾਰ ਇੱਦਾਂ ਹੋਵੇ ਕਿ ਅੱਧੀਆਂ ਤੋਂ ਵੱਧ ਵੋਟਾਂ ਦੇ ਨਾਲ ਉਹ ਜਿੱਤਿਆ ਜਾਂ ਅੱਧੀਆਂ ਤੋਂ ਵੱਧ ਉਹਨੇ ਸਿਕਿਓਰ ਕੀਤੀਆਂ ਨੇਗੀਆਂ, ਉਹਨੇ ਆਪਣੇ ਹਿੱਸੇ 'ਚ ਪਵਾਈਆਂ ਨੇਗੀਆਂ, ਹੀ ਔਰ ਸ਼ੀ ਇਜ਼ ਸੈਡ ਟੂ ਹੈਵ ਵਨ ਬਾਈ ਐਬਸੋਲਿਊਟ ਮੈਜੋਰਿਟੀ। ਤਾਂ ਇੱਦਾਂ ਕਿਹਾ ਜਾਂਦਾ ਵੀ ਉਹ ਐਬਸੋਲਿਊਟ ਮੈਜੋਰਿਟੀ ਦੇ ਨਾਲ ਜਿੱਤਿਆ। ਹਾਊਐਵਰ ਸਮਟਾਈਮ ਦਾ ਵੋਟਸ ਪੋਲਡ ਮੇ ਬੀ ਡਿਵਾਈਡਡ ਇਨ ਸੱਚ ਅ ਵੇ that none of the candidate may get an absolute majority। ਬਟ ਕਹਿੰਦੇ ਕੀ ਹੁੰਦਾ, ਕਈ ਵਾਰ ਇੱਦਾਂ ਹੁੰਦਾ ਕਿ ਜਿਹੜੀਆਂ ਵੋਟਸ ਪਈਆਂ ਹੁੰਦੀਆਂ ਨੇਗੀਆਂ, ਠੀਕ ਹੈ ਜੀ, ਉਹ ਇਸ ਤਰੀਕੇ ਨਾਲ ਪਈਆਂ ਹੁੰਦੀਆਂ ਨੇਗੀਆਂ ਬੇਟਾ ਕਿ ਕੋਈ ਵੀ ਜਿਹੜਾ ਕੈਂਡੀਡੇਟ ਹੈ ਉਹਨੇ ਅੱਧੀਆਂ ਵੋਟਾਂ ਤੋਂ ਜ਼ਿਆਦਾ ਕਿਸੇ ਨੂੰ ਨਹੀਂ ਪਈਆਂ ਹੁੰਦੀਆਂ। ਮਤਲਬ
ਥੋੜ੍ਹਾ ਥੋੜ੍ਹੇ ਡਿਫਰੈਂਸ ਦੇ ਨਾਲ ਪਈਆਂ ਹੁੰਦੀਆਂ ਨੇ, ਕੋਈ ਵੀ ਕੀ ਹੈ ਅੱਧੀਆਂ ਤੋਂ ਜ਼ਿਆਦਾ ਵੋਟਾਂ ਦੇ ਨਾਲ ਨਹੀਂ ਜਿੱਤਦਾ। ਇਨ ਸੱਚ ਅ ਕੇਸ ਦਾ ਪਰਸਨ ਹੂ ਗੈਟ ਦਾ ਮੋਸਟ ਵੋਟਸ, ਕਹਿੰਦੇ ਇਸ ਕੇਸ 'ਚ ਕੀ ਹੁੰਦਾ ਹੈ, ਜਿਹੜੇ ਪਰਸਨ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹੁੰਦੀਆਂ ਨੇ, ਜਿਹਨੇ ਸਭ ਤੋਂ ਜ਼ਿਆਦਾ ਵੋਟਾਂ ਸਿਕਿਉਰ ਕੀਤੀਆਂ ਨੇ, ਈਵਨ ਇਫ ਇਟ ਇਜ਼ ਓਨਲੀ ਵਨ ਮੋਰ ਦੈਨ ਦੀ ਵਨ ਬਾਈ ਹਿਸ ਰਿਵਲ। ਹਾਂਜੀ, ਕਹਿੰਦੇ ਜਿਹੜਾ ਉਹ ਓਪੋਨੈਂਟ ਹੁੰਦਾ, ਮੰਨ ਲਓ ਉਹਨੇ ਉਹਦੇ ਨਾਲੋਂ ਇੱਕ ਵੋਟ ਜ਼ਿਆਦਾ ਲਈ ਹੈ, ਸਿਰਫ ਇੱਕ, ਠੀਕ ਹੈ ਜੀ, ਇਜ਼ ਡਿਕਲੇਅਰਡ ਦਾ ਵਿਨਰ ਬਾਈ ਸਿੰਪਲ ਮੈਜੋਰਿਟੀ। ਤਾਂ ਸਿੰਪਲ ਮੈਜੋਰਿਟੀ ਦੇ ਨਾਲ ਉਹਨੂੰ ਕੀ ਕਹਿੰਦੇ ਨੇ, ਵਿਨਰ ਆਪਾਂ ਘੋਸ਼ਿਤ ਕਰ ਦਾਂਗੇ, ਠੀਕ ਹੈ ਜੀ। ਵੋਟ ਤਾਂ ਜ਼ਿਆਦਾ ਹੈ, ਚਾਹੇ ਇੱਕ ਵੋਟ ਜ਼ਿਆਦਾ। ਕਹਿੰਦੇ ਨੈਕਸਟ ਟਾਈਮ ਇਲੈਕਸ਼ਨਸ ਆਰ ਹੈਲਡ ਇਨ ਯੂਅਰ ਸਟੇਟ ਔਰ ਇਨ ਕੰਟਰੀ, ਲਿਸਨ ਟੂ ਦੀ ਰਿਜ਼ਲਟ ਕੇਅਰਫੁਲੀ ਯੂ ਵਿਲ ਫਾਈਂਡ। ਕੀ ਕਹਿੰਦੇ ਆ, ਕਹਿੰਦੇ ਨੈਕਸਟ ਟਾਈਮ ਤੁਹਾਡੀ ਸਟੇਟ ਦੇ ਵਿੱਚ, ਮਤਲਬ ਤੁਹਾਡੇ ਰਾਜ ਦੇ ਵਿੱਚ ਜਾਂ ਫਿਰ ਤੁਹਾਡੀ ਕੰਟਰੀ ਦੇ ਵਿੱਚ ਕਹਿੰਦੇ ਵੋਟਾਂ ਹੁੰਦੀਆਂ ਨੇਗੀਆਂ, ਤਾਂ ਜਿਹੜਾ ਰਿਜ਼ਲਟ ਡਿਕਲੇਅਰ ਕੀਤਾ ਹੁੰਦਾ ਉਹਨੇ ਕੀ, ਉਹਨੂੰ ਧਿਆਨ ਨਾਲ ਸੁਣੋ। ਕਹਿੰਦੇ ਤੁਸੀਂ ਕਈ ਵਾਰ ਕੀ ਦੇਖਿਆ ਹੋਊਗਾ, ਕੁਛ ਜਿਹੜੇ ਕੈਂਡੀਡੇਟ ਨੇ ਉਹ ਕੀ ਕਰਦੇ ਆ, ਐਬਸੋਲੂਟ ਮੈਜੋਰਿਟੀ ਦੇ ਨਾਲ ਜਿੱਤਦੇ ਨੇਗੇ, ਮੋਸਟ ਵਿਨ ਬਾਈ ਸਿੰਪਲ ਮੈਜੋਰਿਟੀ, ਠੀਕ ਹੈ ਜੀ। ਇਹ ਇਹਨਾਂ ਨੇ ਬੇਟਾ ਕੀ ਹੈ 2004 ਦੇ ਜਿਹੜੇ ਲੋਕ ਸਭਾ ਇਲੈਕਸ਼ਨਸ ਨੇ ਉਹਨਾਂ ਦਾ ਆਪਾਂ ਨੂੰ ਰਿਜ਼ਲਟ ਸ਼ੋਅ ਕੀਤਾ ਹੋਇਆ, ਠੀਕ ਹੈ ਜੀ। ਕਹਿੰਦੇ ਸਟੱਡੀ ਦਿਸ ਇਲੈਕਸ਼ਨ ਰਿਜ਼ਲਟ, ਇਹ ਵਾਲੀ ਜਿਹੜਾ ਇਲੈਕਸ਼ਨ ਰਿਜ਼ਲਟ ਹੈ ਇਹਨੂੰ ਧਿਆਨ ਨਾਲ ਦੇਖੋ। ਦ ਪਰਸਨ ਹੂ ਗॉट ਦਾ ਹਾਈਐਸਟ ਨੰਬਰ ਆਫ ਵੋਟਸ ਵਰ ਡਿਕਲੇਅਰਡ ਦਾ ਵਿਨਰ ਬਾਈ ਸਿੰਪਲ ਮੈਜੋਰਿਟੀ, ਜਿਹਨੇ ਸਭ ਤੋਂ ਜ਼ਿਆਦਾ ਵੋਟਸ, ਠੀਕ ਹੈ, ਕਲੈਕਟ ਕੀਤੀਆਂ ਨੇਗੀਆਂ, ਉਹ ਕੀ ਆ, ਵਿਨਰ ਆ ਸਿੰਪਲ ਮੈਜੋਰਿਟੀ ਦੇ ਨਾਲ, ਠੀਕ ਹੈ ਜੀ। ਕਹਿੰਦੇ ਬਟ ਓਬਜ਼ਰਵ ਕਲੋਜ਼ਲੀ, ਬਟ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ